ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਪ੍ਰੋਗਰਾਮ ਪ੍ਰਾਈਮ ਡਿਸਕਸ਼ਨ ਵਿਦ ਸਤਿੰਦਰ ਪੰਨੂ ਵਿੱਚ। ਗੱਲਬਾਤ ਕਰਾਂਗੇ ਅੱਜ ਦੇ ਇਸ ਪ੍ਰੋਗਰਾਮ ਵਿੱਚ ਕੁਝ ਦੇਸ਼ ਦੁਨੀਆ ਦੀਆਂ ਖਬਰਾਂ ਤੇ ਚਲੰਤ ਮਸਲਿਆਂ ਤੇ ਇਹਨਾਂ ਸਾਰੀਆਂ ਹੀ ਖਬਰਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਸਤਿੰਦਰ ਪੰਨੂ ਜੀ। ਪੰਨੂ ਸਾਹਿਬ ਸਵਾਗਤ ਜੀ, ਬਹੁਤ ਬਹੁਤ ਜੀ ਸ਼ੁਕਰੀਆ। ਪੰਨੂ ਸਾਹਿਬ, ਮੈਨੂੰ ਲੱਗਦਾ ਸਵਾਗਤ ਦੀ ਆਵਾਜ਼ ਤੇ ਅੱਜ ਆਵਾਜ਼ਾਂ ਹੁਣ ਲਗਭਗ ਠੀਕ ਹੀ ਹੁੰਦੀਆਂ ਨਹੀਂ ਪਤਾ ਕਿ ਅਜੇ ਸਟਾਰਟਿੰਗ ਹੁੰਦੀ ਹੈ ਨਾ, ਇਸ ਕਰਕੇ ਥੋੜੀ ਜਿਹੀ ਆਵਾਜ਼ ਠੰਡੀ ਹੁੰਦੀ, ਕਈ ਵਾਰ ਸੁਣਦੀ ਨਹੀਂ। ਨਹੀਂ, ਹੁਣ ਕੋਸ਼ਿਸ਼ ਕਰੀਦੀ ਹੈ ਕਿ ਸੁਰ ਥੋੜਾ ਉੱਚੇ ਰੱਖਿਆ ਜਾਵੇ। ਕੋਈ ਪੰਨੂ ਸਾਹਿਬ, ਪੰਜਾਬ ਦੇ ਕੁਝ ਇੱਕ ਮਿੰਟ ਮੈਂ ਪਹਿਲਾਂ ਨਾ ਤੁਹਾਡਾ ਅੱਜ ਥੋੜਾ ਜਿਹਾ ਫੇਰ ਵਕਤ ਲੈਣਾ ਚਾਹੁੰਦਾ। ਜੀ ਜ਼ਰੂਰ। ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਨਾ ਚਾਹੁੰਦਾ ਕਿ ਜਿਹੜਾ ਕੱਲ੍ਹ ਵਾਲਾ ਸਾਡਾ ਪ੍ਰੋਗਰਾਮ ਸੀ ਉਹਦੇ 'ਤੇ ਸਾਡੇ ਦਰਸ਼ਕਾਂ ਦੀ ਪਾਰਟਿਸਪੇਸ਼ਨ ਬਹੁਤ ਕਮਾਲ ਦੀ ਹੈ। ਉਹਨਾਂ ਨੇ ਜਿਹੜਾ ਇਹਦੇ 'ਚ ਸ਼ਾਮਲ ਹੋ ਕੇ ਆਪਣੇ ਆਪਣੇ ਵਿਚਾਰ ਦਿੱਤੇ ਆ, ਬਹੁਤ ਸਾਰਿਆਂ ਨੇ ਸਫਲ। ਇੱਕ ਮੈਂ ਬੇਨਤੀ ਕਰਾਂ ਕਿ ਇਹਦੇ ਵਿੱਚ ਖਾਸ ਤੌਰ 'ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਇੱਕ ਸਾਡੇ ਦਰਸ਼ਕ ਹੈ ਅਮਰੀਕ ਸਿੰਘ, ਜਿਹੜੇ ਕੇਰਾ ਪੋਰਾ ਛੱਟਾ, ਮੈਂ ਤਿੰਨ ਲਫ਼ਜ਼ ਆਖੇ ਸਨ। ਉਹਨਾਂ ਦੇ ਬਾਰੇ 'ਚ ਜਿਹੜਾ ਮੁਹਾਵਰਾ ਮੇਰੇ ਪਤਾ ਨਹੀਂ ਉਦੋਂ ਕਿਉਂ ਚੇਤੇ 'ਚੋਂ ਨਿਕਲ ਗਿਆ, ਮੈਂ ਨਹੀਂ ਬੋਲ ਸਕਿਆ। ਉਹ ਮੁਹਾਵਰਾ 3 ਜਣਿਆਂ ਨੇ ਲਿਖਿਆ, ਪਰ ਉਹਨਾਂ 'ਚੋਂ ਜਿਹੜਾ ਬਿਲਕੁਲ ਕਰੈਕਟ ਤੇ ਸਭ ਤੋਂ ਪਹਿਲਾਂ ਬਿਲਕੁਲ ਸਹੀ ਤੇ ਸਭ ਤੋਂ ਪਹਿਲਾਂ ਉਹ ਅਮਰੀਕ ਸਿੰਘ ਦਾ ਪੋਰਾ ਰਾਜਾ, ਕੇਰਾ ਵਜ਼ੀਰ ਤੇ ਛੱਟਾ ਫਕੀਰ। ਪੋਰਾ ਰਾਜਾ ਇਸ ਕਰਕੇ ਕਿ ਦਾਣਾ ਬਿਲਕੁਲ ਹਲ ਦੀ ਜੜ ਤੱਕ ਪਹੁੰਚ ਜਾਂਦਾ ਤੇ ਉਹ ਤੇ ਦੋਵਾਂ ਪਾਸਿਆਂ ਤੋਂ ਮਿੱਟੀ ਪੈ ਜਾਂਦੀ ਹੈ ਜੀ, ਫਿਰ ਉਹਨੂੰ ਚਿੜੀਆਂ ਕਾਂ ਨਹੀਂ ਖਾ ਸਕਦੇ। ਕੇਰਾ ਰਾਜਾ ਕਿ ਥੋੜਾ ਜਿਹਾ ਕਈ ਵਾਰ ਉੱਪਰ ਵੀ ਰਹਿ ਜਾਂਦਾ, ਮਿੱਟੀ ਪਹਿਲਾਂ ਪੈ ਜਾਂਦੀ ਹੈ, ਉਹ ਨੀਕੀ ਹੋ ਜਾਂਦੀ ਹੈ। ਤੇ ਛੱਟਾ ਫਕੀਰ ਇਸ ਕਰਕੇ ਕਿ ਕਿਸੇ ਥਾਂ ਤੇ ਵੱਧ ਛੱਟਾ ਦਿੱਤਾ ਗਿਆ, ਕਿਤੇ ਕੋਈ ਪਾੜਾ ਰਹਿ ਗਿਆ, ਉਹਨੇ ਥਾਂ ਤੇ ਫਸਲ ਨਹੀਂ ਉੱਗਦੀ। ਉਹਦੀ ਮਿਹਰਬਾਨੀ ਅਮਰੀਕ ਸਿੰਘ ਹੋਰਾਂ ਦੀ ਕਿ ਉਹਨਾਂ ਨੇ ਸਾਨੂੰ ਇਹ ਗੱਲ ਚੇਤੇ ਕਰਾਈ, ਇਹ ਪਤਾ ਨਹੀਂ ਮੇਰੇ ਚੇਤੇ ਚੋਂ ਕਦਾਂ ਨਿਕਲ ਗਿਆ ਜੀ। ਦੂਜੀ ਗੱਲ ਇਹ ਕਿ ਕਈ ਮੁੱਦਿਆਂ ਦੇ ਉੱਤੇ ਸਾਡੇ ਦਰਸ਼ਕਾਂ ਨੇ ਬਹੁਤ ਵਧੀਆ ਪਾਰਟਿਸਪੇਸ਼ਨ ਕੀਤੀ ਹੈ। ਇੱਕ ਨੇ ਆਖਿਆ ਜੀ ਸਾਡੇ ਤੇ ਘਰਾਂ 'ਚ ਸਬਾਤ ਵੀ ਹੁੰਦੀ ਸੀ, ਹੁਣ ਨਵੀਂ ਪੀੜ੍ਹੀ ਨੂੰ ਨਹੀਂ ਪਤਾ ਸਬਾਤ ਇਹ ਵੀ ਸ਼ਬਦ ਜਿਹੜਾ ਲਫ਼ਜ਼ ਜਿਹੜਾ ਦੋਵੇਂ ਗੱਲਾਂ ਸ਼ਬਦ ਹਿੰਦੀ ਦਾ ਲਫ਼ਜ਼ ਉੱਧਰੋਂ ਅਰਬੀ 'ਚੋਂ ਆਇਆ, ਫਾਰਸੀ 'ਚੋਂ ਆਇਆ, ਉਹਨਾਂ ਦੋਵਾਂ 'ਚੋਂ ਆਇਆ, ਇਹ ਵੀ ਉੱਧਰੋਂ ਆਇਆ। ਔਰ ਇਹ ਆਮ ਤੌਰ 'ਤੇ ਜਾਂ ਆਪਣੇ ਅੰਦਰਲੇ ਰਿਹਾਇਸ਼ੀ ਕਮਰਿਆਂ ਦੇ ਇੱਕ ਸਾਈਡ 'ਤੇ ਜਾਂ ਅਗਲੇ ਪਾਸੇ ਬਣੇ ਖੁੱਲ੍ਹਾ ਦਲਾਨ ਵਰਗਾ ਕਮਰਾ ਹੁੰਦਾ ਸੀ, ਬਹੁਤਾ ਕਰਕੇ ਉਹਨੂੰ ਰਸੋਈ ਵਾਸਤੇ ਵਰਤਿਆ ਜਾਂਦਾ ਸੀ ਜਾਂ ਕੁਝ ਚੀਜ਼ਾਂ ਹੋਰ ਰੱਖਣ ਵਾਸਤੇ ਵਰਤ ਲੈਂਦੇ ਸੀ। ਇਹ ਮਾਝੇ ਵਿੱਚ ਆਮ ਲਫ਼ਜ਼ ਵਰਤਿਆ ਜਾਂਦਾ ਸੀ, ਮਾਲਵੇ ਦੇ ਇੱਕ ਹਿੱਸੇ ਵਿੱਚ ਵੀ ਵਾਹਵਾ ਜ਼ਿਆਦਾ ਤੇ ਦੂਜੇ 'ਚ ਥੋੜ੍ਹਾ ਜਿਹਾ ਘੱਟ ਵਰਤਿਆ ਜਾਂਦਾ ਸੀ। ਕੁਝ ਗੱਲਾਂ ਇਹਦੇ 'ਚ ਕੁਝ ਸੱਜਣਾਂ ਨੇ ਪੁੱਛੀਆਂ। ਇੱਕ ਨੇ ਤਾਂ ਇਹ ਉਚੇਚਾ ਜ਼ਿਕਰ ਕੀਤਾ ਕਿ ਸਾਡੇ ਤਾਂ ਜੀ ਇਲਾਕੇ ਦੇ ਵਿੱਚ ਇਹ ਕਹਿਣਾ ਹੋਵੇ ਕਿ ਫਲਾਣਾ ਆਇਆ ਸੀ ਦੇ ਬਜਾਏ ਤੀ ਵਰਤਦੇ ਜੀ, ਉਹ ਆਇਆ ਤੀ। ਇਹ ਮੈਂ ਵੀ ਵੇਖਿਆ, ਕੁਰਾਲੀ ਦੇ ਪਰਲੇ ਪਾਸੇ ਚਲ ਜਾਓ, ਉੱਥੇ ਲੋਕੀ ਕਹਿੰਦੇ ਤੈਨੂੰ ਸੁਨੇਹਾ ਤਾਂ ਦਿੱਤਾ ਤਾ। ਇਹ ਸਾਡੇ ਪੰਜਾਬੀ ਦਾ ਹਿੱਸਾ। ਪੰਜਾਬੀ 'ਚ ਇੱਕ ਕੰਢੀ ਦੀ ਬੋਲੀ ਹੋ ਰਿਹਾ, ਰਿਆੜਕੀ ਦੀ ਹੋ ਰਿਹਾ ਜੀ। ਜਿਹੜਾ ਪੱਟੀ ਵਟੋਆ ਖੇਮਕਰਨ ਪੁਰਾਣੇ ਲਾਹੌਰ ਜ਼ਿਲ੍ਹੇ ਦਾ, ਉਹਨਾਂ ਦੀ ਬੋਲੀ 'ਚ ਫਰਕ ਹੈ। ਉਹ ਕਿਸੇ ਨੂੰ ਚਲਾ ਗਿਆ ਨਹੀਂ ਕਹਿੰਦੇ, ਉਹ ਕਹਿੰਦੇ ਗਿਆ ਚਲਾ, ਔਰ ਚਲਾ ਵੀ ਨਹੀਂ, ਚਲਾ ਗਿਆ ਚਲਾ, ਅਜੇ ਵੀ ਇਸ ਤਰ੍ਹਾਂ ਬੋਲਦੇ ਨੇ। ਜਿਹੜੀ ਰੋਪੜ ਤੋਂ ਥੱਲੇ ਥੱਲੇ ਉਹ ਬਨੂੜ ਤੱਕ ਜਿਹੜਾ ਇਲਾਕਾ ਉਦੋਂ ਵੀ ਅੱਗੇ ਤੱਕ ਜਾਂਦਾ ਫੁਆਦ ਹੈ, ਉਹਦੀ ਬੋਲੀ ਬੜੀ ਮਿੱਠੀ ਹੈ। ਪਰ ਜਲੰਧਰ ਦਾ ਜਾਂ ਕੋਈ ਤਰਨ ਦਾ ਬੰਦਾ ਸੁਣੇ ਅੰਮ੍ਰਿਤਸਰ ਦਾ, ਉਹਨੂੰ ਅੱਧੀ ਸਮਝ ਹੀ ਨਹੀਂ ਆਉਣੀ। ਅੱਛਾ ਜੀ, ਉਹਨਾਂ ਦੀ ਬੋਲੀ ਹੋਰ ਹੈ। ਇਸ ਕਰਕੇ ਬੋਲੀਆਂ 'ਚ ਫਰਕ ਪੈਂਦਾ ਗਿਆ। ਸਾਡੇ ਮਾਝੇ 'ਚ ਅਜੇ ਤੱਕ ਬਹੁਤੇ ਲੋਕ ਇਹ ਨਹੀਂ ਕਹਿੰਦੇ ਕਿ ਨਵਜੀਤ ਸਿੰਘ ਆਇਆ ਸੀ, ਉਹ ਕਹਿੰਦੇ ਨਵਜੀਤ ਸਿੰਘ ਆਇਆ ਹੀ ਸੀ ਦੇ ਬਜਾਏ ਹੀ। ਤੁਹਾਨੂੰ ਬਹੁਤ ਸਾਰੇ ਲੋਕ ਉੱਥੇ ਉਹ ਮਿਲਣਗੇ ਜਿਹੜੇ ਅਜੇ ਤੱਕ ਨੀਲੇ ਨੂੰ ਲੀਲਾ ਕਹਿੰਦੇ ਆ ਜੀ। ਇਹ ਵੀ ਲਫ਼ਜ਼ ਉੱਥੇ ਆਮ ਚੱਲਦੇ ਪਏ ਨੇ। ਇੱਕ ਸਵਾਲ ਇੱਕ ਸੱਜਣ ਨੇ ਪਾਇਆ, ਉਹ ਇਹ ਕਹਿੰਦੇ ਆ ਕਿ ਜੇ ਤੁਸੀਂ ਕਹਿੰਦੇ ਆ ਕਿ ਸਿੰਧ ਨੂੰ ਉਹ ਹਿੰਦ ਕਹਿੰਦੇ ਸੀ ਕਿਉਂਕਿ ਸੱਸਾ ਨਹੀਂ ਸੀ ਕਹਿ ਸਕਦੇ, ਤੇ ਫਿਰ ਹਿੰਦੁਸਤਾਨ ਦੇ ਵਿੱਚ ਸੱਸਾ ਆਉਂਦਾ ਸੀ, ਉਜ਼ਬੇਕਿਸਤਾਨ 'ਚ, ਅਫਗਾਨਿਸਤਾਨ 'ਚ ਉਹ ਸੱਸਾ ਕਿੱਦਾਂ ਬੋਲਦੇ ਸੀ ਜੀ। ਇਹ 'ਚ ਥੋੜ੍ਹਾ ਜਿਹਾ ਸਮਝਣ ਦੀ ਲੋੜ ਹੈ। ਉਹ ਇਹ ਕਿ ਹਿੰਦੀ ਦਾ ਲਫ਼ਜ਼ ਆ ਬਾਬੀ, ਪੰਜਾਬੀ 'ਚ ਆਇਆ ਸੀ ਬਣਾ ਲਿਆ ਭਾਬੀ ਜੀ। ਉਹ ਭੱਬਾ ਜਦੋਂ ਵਿਚਾਲੇ ਆਉਂਦਾ ਤੇ ਅਸੀਂ ਤੇ ਹਿੰਦੀ ਵਾਲੇ ਇੱਕੋ ਬੋਲਦੇ ਹਾਂ, ਉਹ ਵੀ ਵੀ ਤੇ ਅਸੀਂ ਵੀ ਵੀ ਬੋਲਦੇ ਹਾਂ। ਪਰ ਜਦੋਂ ਉਹ ਭੱਬਾ ਸ਼ੁਰੂ 'ਚ ਆਉਂਦਾ ਹਿੰਦੀ ਦਾ ਭਾ, ਅਸੀਂ ਉਹਨੂੰ ਭਾ ਕਹਿੰਦੇ ਹਾਂ, ਉਹ ਬਾ ਕਹਿੰਦੇ ਆ।
ਇਸ ਤਰ੍ਹਾਂ ਉਹਨਾਂ ਦੀ ਤਾਂ ਹਰ ਇੱਕ ਥਾਂ ਦੀ ਜਿਹੜੀ ਪ੍ਰੋਨਾਂਸੀਏਸ਼ਨ ਹੈ, ਬੋਲਣ ਦਾ ਢੰਗ ਆ, ਉਹਦਾ ਕਰਕੇ ਕੁਝ ਚੀਜ਼ਾਂ ਇਹੋ ਜਿਹੀਆਂ। ਮੈਨੂੰ ਇੱਕ ਵਾਰੀ ਫਲਾਈਟ 'ਚ ਜਾਂਦਿਆਂ ਇੱਧਰ ਅਰਬ ਦੇਸ਼ਾਂ ਦੇ ਵਿੱਚੋਂ ਇੱਕ ਥਾਂ ਇਹੋ ਜਿਹੇ ਤੋਂ ਲੰਘਣਾ ਪਿਆ ਜਿੱਥੇ ਮੇਰਾ ਨਾਂ ਜਤਿੰਦਰ ਦੇ ਬਜਾਏ ਜੇ ਦੀ ਥਾਂ ਜੀ ਪਾ ਕੇ ਗਤਿੰਦਰ ਲਿਖਿਆ। ਕਹਿੰਦੇ ਜੀ ਇੱਥੇ ਜੇ ਚੱਲਦਾ ਨਹੀਂ ਗਾ, ਉਹ ਗਤਿੰਦਰ ਲਿਖਦੇ। ਮੈਂ ਮੰਨ ਲਿਆ, ਮੈਨੂੰ ਕੀ ਇੱਦਾਂ ਕਈਆਂ ਥਾਵਾਂ 'ਤੇ ਆ ਜਿਹੜਾ ਸਾਡਾ ਡਾੜਾ ਅੰਗਰੇਜ਼ੀ 'ਚ ਹੈ ਨਹੀਂ ਗਾ, ਕੀ ਕਰੀਏ। ਉੱਥੇ RH ਪਾਈਦਾ, ਪਰ RH ਅਸੀਂ ਪਾ ਸਕਦੇ, ਉਹਨਾਂ ਨੂੰ ਸਮਝਾਉਣਾ ਬਹੁਤ ਔਖਾ। ਚੰਡੀਗੜ੍ਹ ਕਹਿਣਗੇ ਗਰ, ਉਹ ਗੜ ਨਹੀਂ ਕਹਿ ਸਕਦੇ। ਇੱਦਾਂ ਕੁਝ ਸਮੱਸਿਆਵਾਂ ਆਉਣਗੀਆਂ, ਪਰ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਜਿਹੜਾ ਮੈਂ ਉਚੇਚੇ ਤੌਰ 'ਤੇ ਅੱਜ ਜ਼ਿਕਰ ਕੀਤਾ ਉਹ ਇਸ ਕਰਕੇ ਆ ਕਿ ਸਾਡੇ ਦਰਸ਼ਕ ਇਹ ਜਿਹੜੇ ਸ਼ਾਮਲ ਹੋਏ ਆ, ਮੈਂ ਉਹਨਾਂ ਦਾ ਇੱਕ ਧੰਨਵਾਦ ਵੀ ਕਰਨਾ ਚਾਹੁੰਦਾ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਇੱਥੇ ਸਾਡੇ ਦਰਸ਼ਕਾਂ ਦੇ ਵਿੱਚੋਂ ਕੱਲ੍ਹ ਇੱਕ ਨੇ ਇਹ ਇਤਰਾਜ਼ ਕੀਤਾ, ਕਹਿੰਦਾ ਜੇ ਤੁਸੀਂ ਬਾਕੀ ਗੱਲਾਂ ਕੀਤੀਆਂ ਸੀ ਤੇ ਤੁਸੀਂ ਇਹ ਵੀ ਦੱਸ ਦੇਣਾ ਸੀ ਕਿ ਜਦੋਂ ਫਿਰ ਬਾਬਰ ਆਇਆ ਤੇ ਉਹਨਾਂ ਨੇ ਆ ਕੇ ਹਿੰਦੂਆਂ ਦਾ ਕਤਲੇਆਮ ਕੀਤਾ, ਜੇ ਕੀਤਾ ਉਹ ਕੀਤਾ ਜੀ। ਉਹਦੀ ਜਾਣਕਾਰੀ ਲਈ ਮੈਂ ਦੱਸ ਦਿਆਂ ਕਿ ਜਦੋਂ ਬਾਬਰ ਆਇਆ, ਬਾਬਰ ਦੇ ਆਉਣ ਤੋਂ ਬਹੁਤ ਪਹਿਲਾਂ 500-600 ਸਾਲ ਪਹਿਲਾਂ ਇੱਥੇ ਇਸਲਾਮ ਆ ਚੁੱਕਾ ਸੀ। ਉਹ ਇੱਥੇ ਆ ਕੇ ਸੁਲਤਾਨ ਇਬਰਾਹਿਮ ਲੋਧੀ ਨਾਲ ਲੜਿਆ ਸੀ ਜੀ। ਜਦੋਂ ਇੱਥੇ ਆਇਆ ਤੇ ਉਹਨੇ ਆ ਕੇ ਇਕੱਲੇ ਹਿੰਦੂਆਂ ਤੇ ਨਹੀਂ, ਇੱਥੋਂ ਦੇ ਮੁਸਲਮਾਨਾਂ ਦੇ ਉੱਤੇ ਵੀ ਜ਼ੁਲਮ ਕੀਤਾ ਸੀ। ਗੁਰਬਾਣੀ ਪੜ੍ਹੋ, ਉਹਦੇ ਵਿੱਚ ਗੁਰੂ ਸਾਹਿਬ ਕਹਿੰਦੇ ਆ, ਪਾਪ ਕੀ ਜੰਝ ਲੈ ਕਾਬਲ ਹੋਤਾਇਆ, ਜੋਰੀ ਮੰਗੇ ਦਾਨਵੇ ਲਾ ਲੋ, ਸਰਮ ਧਰਮ ਦੋਏ ਛਪ ਖਲੋਏ, ਕੂੜ ਫਿਰੇ ਪ੍ਰਧਾਨਵੇ ਲਾ ਲੋ, ਕਾਜੀਆ ਬਾਹਮਣਾ ਕੀ ਗੱਲ ਥੱਕੀ। ਯਾਨੀ ਕਾਜੀ ਤੇ ਬਾਹਮਣ ਦੋਵੇਂ ਪਾਸੇ ਕਰਤੇ, ਅਗਦ ਪੜੇ ਸੈਤਾਨਵੇਂ ਲੈ ਲਓ। ਅਗਦ ਦਾ ਮਤਲਬ ਹੁੰਦਾ ਵਿਆਹ, ਨਿਕਾਹ ਜੀ। ਇਹਦਾ ਮਤਲਬ ਇਹ ਆ ਕਿ ਗੁਰੂ ਸਾਹਿਬ ਨੇ ਵੀ ਉਦੋਂ ਆਖਿਆ ਕਿ ਇਹ ਬਾਬਰ ਦੇ ਆਉਣ ਤੋਂ ਬਾਅਦ ਜਦੋਂ ਬਾਬਰ ਬਾਣੀ ਫਿਰ ਗਈ ਆ ਤੇ ਇੱਥੇ ਜਿਹੜੇ ਪੰਡਤ ਆ ਉਹ ਵੀ ਪਾਸੇ ਕਰਦੇ, ਮੌਲਵੀ ਵੀ, ਕਾਜੀ ਵੀ ਪਾਸੇ ਕਰ ਦਿੱਤੇ ਗਏ। ਦੋਵਾਂ ਦੇ ਉੱਤੇ ਜ਼ੁਲਮ ਉਹਨੇ ਆ ਕੇ ਕੀਤਾ। ਮੁਸਲਮਾਨੀਆਂ ਪੜ੍ਹੇ ਕਿਤਾਬਾਂ, ਕਸਟਮੈ ਕਰੇ ਖੁਦਾਏ ਵੇ ਲਾ ਲਓ। ਜਿਹੜੀਆਂ ਮੁਸਲਮਾਨੀ ਔਰਤਾਂ ਨੇ ਉਹ ਵੀ ਵਿਚਾਰੀਆਂ ਇਸ ਕਸ਼ਟ ਦੇ ਵਿੱਚ, ਜਿਹੜਾ ਉਸ ਵਕਤ ਖੁਦਾ ਕਰਦੀਆਂ, ਕੁਰਾਨ ਪੜ੍ਹਦੀਆਂ ਪਈਆਂ ਸੀ ਜਦੋਂ ਬਾਬਰ ਆਇਆ। ਸੋ ਬਾਬਰ ਦੇ ਆਉਣ ਨੂੰ ਸਿਰਫ ਹਿੰਦੂਆਂ ਦੇ ਕਤਲੇਆਮ ਨਾਲ ਨਹੀਂ ਜੋੜਨਾ ਚਾਹੀਦਾ। ਉਹ ਜਦੋਂ ਆਇਆ ਤੇ ਉਹਨੇ ਜਿੰਨੇ ਹਿੰਦੁਸਤਾਨੀ ਸਨ ਸਾਰਿਆਂ ਦੇ ਉੱਤੇ ਇਹ ਜ਼ਬਰ ਢਾਇਆ ਸੀ, ਪਰ ਹਿੰਦੁਸਤਾਨ ਦਾ ਨਾਮ ਬਾਬਰ ਨਾਲ ਨਹੀਂ ਵੱਜਾ। ਬਾਬਰ ਤੋਂ 600-700 ਸਾਲ ਪਹਿਲਾਂ ਜਦੋਂ ਪਹਿਲੀ ਵਾਰੀ ਉੱਧਰ ਲਿਆਏ ਉਦੋਂ ਵੱਜ ਗਿਆ ਸੀ ਜੀ। ਹੁਣ ਇਹ ਅੱਜ ਮੈਂ ਕੁਝ ਗੱਲਾਂ ਕਰ ਦਿੱਤੀਆਂ, ਮੈਂ ਨਹੀਂ ਚਾਹੁੰਦਾ ਕਿ ਅਸੀਂ ਇਸੇ ਟਾਪਿਕ ਤੇ ਮੁੜ ਕੇ ਲੱਗੇ ਰਹੀਏ। ਫਿਰ ਕਦੇ ਕਿਸੇ ਵਕਤ ਪੰਜਾਬੀ ਭਾਸ਼ਾ ਦੇ ਉੱਤੇ ਉਚੇਚੇ ਤੌਰ ਤੇ ਅਸੀਂ ਗੱਲ ਕਰ ਲਾਂਗੇ। ਹਿੰਦੀ ਆ, ਹਿੰਦੀ ਲਫ਼ਜ਼ ਮੈਂ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਜੀ ਜੀ ਜ਼ਰੂਰ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਕਿਤਾਬ ਛਾਪੀ ਆ, ਇਹ ਡਾਕਟਰ ਅਮਰਵੰਤ ਸਿੰਘ ਹੋਰਾਂ ਦੀ ਲਿਖੀ ਆ ਜੀ। ਮੇਰੀ ਬਦਕਿਸਮਤੀ ਕਿ ਮੈਂ ਅੱਜ ਤੱਕ ਉਹਨਾਂ ਨੂੰ ਮਿਲਿਆ ਨਹੀਂ, ਏਡੇ ਵੱਡੇ ਵਿਦਵਾਨ ਨੂੰ। ਇਹ ਸਾਰੀ ਕਿਤਾਬ ਹੈ ਅਰਬੀ ਫਾਰਸੀ ਵਿੱਚੋਂ ਉਤਪੰਨ ਪੰਜਾਬੀ ਸ਼ਬਦਾਵਲੀ, ਆ ਕਿਤਾਬ ਹੈ ਜੀ। ਇਹ ਮੈਂ ਚਾਹੂੰਗਾ ਕਿ ਜਿਹੜੇ ਕੋਈ ਇਹੋ ਜਿਹੇ ਸ਼ਬਦਾਂ ਵਿੱਚ ਦਿਲਚਸਪੀ ਲੈਂਦੇ ਆ ਉਹ ਸਾਰੇ ਲੋਕ ਇਹੋ ਜਿਹੀ ਕਿਤਾਬ ਜਿਹੜੀ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ, ਉਹਦੇ ਤੋਂ ਸੇਧ ਲੈ ਸਕਦੇ ਆ। ਇਹਦੇ ਵਿੱਚ ਹੀ ਜਦੋਂ ਅਸੀਂ ਜਾਂਦੇ ਆ ਤੇ ਉੱਥੇ ਬੜੇ ਸਾਫ਼ ਲਫ਼ਜ਼ਾਂ 'ਚ ਲਿਖਿਆ ਕਿ ਸਬਾਤ ਜਿਹੜਾ, ਇਹ ਸਬਾਤ ਵੀ ਇੱਥੋਂ ਨਹੀਂ ਸੀ ਆਇਆ, ਇਹ ਸਬਾਤ ਉੱਥੋਂ ਉਹਨਾਂ ਦੇਸ਼ਾਂ 'ਚੋਂ ਆਇਆ। ਤੇ ਉਹਨਾਂ ਨੇ ਲਿਖਿਆ ਕਿ ਅਰਬੀ 'ਚੋਂ ਆ। ਸਬਾਤ ਦਾ ਮਤਲਬ ਹੁੰਦਾ ਛੱਤਦਾਰ, ਰਾਹਦਾਰੀ, ਜਿਹਦੇ ਵਿੱਚ ਦੀ ਲੰਘ ਵੀ ਜਾਓ ਅੰਦਰਲੀਆਂ ਕਮਰਿਆਂ 'ਚੋਂ ਬਾਹਰਲਿਆਂ ਨੂੰ, ਔਰ ਛੱਤ ਦਾ ਕੰਮ ਵੀ ਹੋ ਜਾਏ ਜੀ। ਜਿਹੜਾ ਹਿੰਦ ਹੈ ਉਹਦੇ ਬਾਰੇ ਆ ਬੜਾ ਸਾਫ਼ 156 ਸਫ਼ੇ ਤੇ ਲਿਖਿਆ ਕਿ ਫਾਰਸੀ ਬੋਲੀ 'ਚੋਂ ਆਇਆ ਲਫ਼ਜ਼ ਆ ਹਿੰਦ, ਹਿੰਦੁਸਤਾਨ, ਭਾਰਤ, ਇੰਡੀਆ। ਇਹ ਸੰਸਕ੍ਰਿਤ ਦੇ ਸ਼ਬਦ ਸਿੰਧ ਦਾ ਫਾਰਸੀ ਰੂਪਾਂਤਰ ਹੈ। ਸਿੰਧ ਦਾ ਫਾਰਸੀ ਰੂਪਾਂਤਰ, ਕਿਉਂਕਿ ਸਿੰਧ ਵਿੱਚ ਉਧਰ ਜਿਹੜੇ ਅੱਗੇ ਨੇ ਫਾਰਸੀ ਬੋਲੀ 'ਚ ਉਹ ਸਿੰਧ ਨੂੰ ਹਿੰਦ ਕਹਿੰਦੇ ਸੀ। ਇਹਦੇ ਤੋਂ ਹੀ ਹਿੰਦਸਾ, ਹਿੰਦਵਾਣੀ, ਹਿੰਦਵੀ, ਇਹ ਸਾਰੇ ਉਹਦੇ 'ਚੋਂ ਲਫ਼ਜ਼ ਤੁਰੇ ਆ। ਇਹ ਸਾਰੇ ਲਫ਼ਜ਼ਾਂ ਬਾਰੇ ਮੈਂ ਇਸ ਕਰਕੇ ਹੁਣ ਜਿੰਨਾ ਕਿ ਜ਼ਰੂਰੀ ਸੀ ਮੈਂ ਅੱਜ ਦੱਸ ਦਿੱਤਾ, ਕਿਉਂਕਿ ਕੱਲ੍ਹ ਦਾ ਦਰਸ਼ਕਾਂ 'ਚ ਇਹ ਗੱਲ ਕਾਫੀ ਗਈ ਆ। ਮੈਂ ਨਹੀਂ ਚਾਹੁੰਦਾ ਕਿ ਹੁਣ ਇਹ 'ਤੇ ਵਾਰ-ਵਾਰ ਸਮਾਂ ਲਾਈਏ। ਮੈਂ ਇਸ ਕਰਕੇ ਕਿਤਾਬ ਵੀ ਵਿਖਾਤੀ ਤਾਂ ਕਿ ਜੇ ਕਿਸੇ ਨੂੰ ਲੋੜ ਹੋਵੇ ਸਿੱਧ ਦੀ ਉਹਦੇ 'ਚੋਂ ਲੈ ਲੈਣ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਹੈ। ਫਿਰ ਵੀ ਮੈਂ ਦਰਸ਼ਕਾਂ ਦਾ ਇਸ ਗੱਲ ਲਈ ਧੰਨਵਾਦ ਕਰਦਾ ਕਿ ਉਹਨਾਂ ਨੇ ਆਪਣੀ ਪੰਜਾਬੀ ਬੋਲੀ ਵਾਸਤੇ ਬਹੁਤ ਜ਼ਿਆਦਾ ਦਿਲਚਸਪੀ ਦਿਖਾਈ, ਇੰਨੀ ਜਿਹਦੀ ਮੈਨੂੰ ਆਸ ਨਹੀਂ ਸੀ। ਉਹਨਾਂ ਦਾ ਧੰਨਵਾਦ।
ਪੰਜ ਸਾਹਿਬ ਬਹੁਤ ਚੰਗੀ ਗੱਲ ਹੈ ਕਿ ਤੁਸੀਂ ਸਾਂਝ ਪਾਈ ਅੱਜ, ਪਰ ਇੱਕ ਗੱਲ ਹੋਰ ਆ ਨਾਲ ਸ਼ਬਦ, ਚਲੋ ਇਹ ਤਾਂ ਹੋਊਗਾ ਜਿਹੜੇ ਬੋਲੀਏ ਹਿਸਾਬ ਨਾਲ ਬਦਲਦੇ, ਪਰ ਅੱਜ ਕੱਲ੍ਹ ਆਪ ਵੀ ਇੱਕ ਬਦਲਣ ਲੱਗ ਪਏ। ਪਾਣੀ ਪੀਣਾ ਜੀ, ਉਹ ਪੀਣਾ ਕਰੀ ਜਾਂਦੇ ਆ, ਬਦਲੀ ਜਾ ਰਹੇ ਜਿਹੜੇ ਸ਼ਹਿਰਾਂ 'ਚ ਨੇ ਨਾ ਜੀ, ਉਹਨਾਂ ਨੂੰ ਅਜੇ ਤੱਕ ਤੇਜਾ ਸੋਂ ਦੇ ਪੁੱਤ ਪਾਲੇ ਦਾ ਤੇ ਪੋਹ ਮਾਗ ਦੇ ਪਾਲੇ ਦਾ ਫਰਕ ਨਹੀਂ ਪਤਾ ਜੀ। ਉਹ ਪਾਲਾ ਤੇ ਪਾਲਾ, ਉਹ ਕਹਿੰਦੇ ਅੱਜ ਪਾਲਾ ਬਰਾਬਰ ਤਾਂ ਉਹ ਸਰਦੀ ਨਾਲ ਹੀ ਸਾਰ ਲੈਂਦੇ ਆ, ਇਹ ਫਰਕ ਹੈਗਾ ਜੀ। ਸ਼ਹਿਰੀ ਬੋਲੀ ਦੇ ਵਿੱਚ ਨਾਣਾ ਬਹੁਤ ਘੱਟ ਵਰਤਿਆ ਜਾਂਦਾ, ਉਹ ਪਾਣੀ ਪੀਣਾ ਤੇ ਆ ਗਏ ਨੇ। ਬੜੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਉਹ ਕਨੌੜਾ ਬਹੁਤ ਘੱਟ ਬੋਲਦੇ ਆ, ਇਸ ਕਰਕੇ ਵਿਚਾਰੇ ਪਕੌੜੇ ਖਾਂਦੇ ਆ, ਹੌਲੀ ਹੌਲੀ ਪੌੜੀਆਂ ਚੜ੍ਹਦੇ, ਚੌਕੀ ਤੇ ਬਹਿ ਕੇ ਕੋਲੀ ਚ ਪਾ ਕੇ ਚੋਲ ਖਾਂਦੇ ਆ, ਉਹ ਜਿਹੜਾ ਹੈਗਾ ਕਨੌੜਾ ਛੱਡੀ ਜਾਂਦੇ ਨੇ। ਇਹ ਸਾਰਾ ਜਿਹਾ ਇੱਕ ਸ਼ਹਿਰੀ ਬੋਲੀ ਜਿਹੜੀ ਆ ਉਹਦੇ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਦਾ ਉਹਨਾਂ ਦਾ ਰੁਝਾਨ ਬਣਦਾ ਜਾਂਦਾ। ਉਹਨਾਂ ਨੂੰ ਥੋੜਾ ਜਿਹਾ ਜੇ ਪੰਜਾਬੀ ਨਾਲ ਮੋਹ ਆ ਤੇ ਉਸ ਅਸਲੀ ਪੰਜਾਬੀ ਵਾਲੇ ਪਾਸੇ ਉਚਾਰਨ ਦੇ ਵਿੱਚ ਵੀ ਦਿਲਚਸਪੀ ਲੈਣੀ ਚਾਹੀਦੀ ਜੀ। ਬਿਲਕੁਲ। ਰਾਜਨੀਤੀ ਦੀ ਗੱਲ ਕਰਦੇ ਆਪਾਂ ਨੂੰ ਸਭ, ਪੰਜਾਬ ਦੀ ਸਿਆਸਤ ਹੁਣ ਭਾਜਪਾ ਵਿੱਚ ਕੁਝ ਸਿੱਖ ਵਿਦਵਾਨ ਤੇ ਬੁੱਧੀਜੀਵੀ ਸ਼ਾਮਲ ਹੋਏ ਆ ਪਾਰਟੀ ਵਿੱਚ, ਇਹ ਕਿਵੇਂ ਦੇਖਦੇ ਉਹਨਾਂ ਦੇ ਸ਼ਾਮਲ ਹੋਣ ਨੂੰ? ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ ਸਮਝੌਤਾ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਇਸ ਛਛੋਪੰਜ ਵਿੱਚ ਸੀ ਕਿ ਪੰਜਾਬ 'ਚ ਚੋਣਾਂ ਲੜਨੀਆਂ ਤੇ ਜਾ ਕੇ ਪੈਰ ਪਸਾਰਨੇ ਕਿੱਦਾਂ ਜੀ। ਉਹਨਾਂ ਨੇ ਉੱਥੇ ਬੈਠ ਕੇ ਇਸ ਤਰ੍ਹਾਂ ਦਾ ਵਿਉਂਤਣਾ ਸ਼ੁਰੂ ਕੀਤਾ ਸੀ ਕਿ ਪੰਜਾਬ ਵਿੱਚ, ਕਿਉਂਕਿ ਕਿਸਾਨੀ ਮਸਲਾ ਵੀ ਬਹੁਤ ਗੰਭੀਰ ਹੈ ਜੀ ਜੀ, ਕੁਝ ਇਹੋ ਜਿਹੇ ਵਿਦਵਾਨ ਨਾਲ ਲਾਉਣੇ ਆ ਜਿਹੜੇ ਵਿਦਵਾਨ ਵੀ ਹੋਣ, ਸਿੱਖ ਵੀ ਹੋਣ ਤੇ ਜਿਨ੍ਹਾਂ ਦਾ ਪਿਛੋਕੜ ਕਿਸਾਨ ਪਰਿਵਾਰਾਂ ਦਾ ਵੀ ਹੋਵੇ। ਉਹਨਾਂ 'ਚ ਕੋਈ ਢਿੱਲੋਂ ਹੋਵੇ, ਕੋਈ ਸੰਧੂ ਹੋਵੇ, ਕੋਈ ਗਿੱਲ ਹੋਵੇ, ਕੋਈ ਗਰੇਵਾਲ ਹੋਵੇ, ਇੱਦਾਂ ਦੇ ਲਾਏ ਜਾਣ। ਇਸ ਵਾਰੀ ਉਹਨਾਂ ਨੇ ਚੁਣ ਕੇ ਕੁਝ ਸਿੱਖ ਵਿਦਵਾਨ ਦਿੱਲੀ ਲਿਜਾ ਕੇ ਤੇ ਭਾਜਪਾ 'ਚ ਸ਼ਾਮਲ ਕੀਤੇ। ਉਹਨਾਂ ਲਿਜਾ ਕੇ ਸ਼ਾਮਲ ਕੀਤੇ ਜਾਂ ਇਹ ਆਪ ਸ਼ਾਮਲ ਹੋਣਗੇ, ਮੈਂ ਇਹ 'ਚ ਨਹੀਂ ਜਾਂਦਾ ਜੀ। ਪਰ ਗੱਲ ਦੂਜੀ ਹੈ ਜਿਹੜੀ ਬੜੀ ਹੈਰਾਨੀ ਵਾਲੀ ਹੈ। ਗੁਰੂ ਕਾਸ਼ੀ ਯੂਨੀਵਰਸਿਟੀ ਸਿੱਖ ਯੂਨੀਵਰਸਿਟੀ ਗਿਣੀ ਜਾਂਦੀ ਹੈ ਜੀ, ਉਸ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਤੇ ਜਾ ਕੇ ਸ਼ਾਮਲ ਹੋ ਜਾਓ। ਜਿਹੜੇ ਉਹਨਾਂ ਦੇ ਵਿੱਚ ਸ਼ਾਮਲ ਹੋਣ ਵਾਲਿਆਂ 'ਚ 3 ਜਾਂ 4 ਜਣੇ ਵੱਖ-ਵੱਖ ਸਮਿਆਂ ਤੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਮੁਖੀ ਰਹੇ ਨੇ ਜੀ। ਉਸ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁਖੀ ਰਹੇ ਨੇ ਜਿਹੜੀ ਕਹਿੰਦੀ ਸੀ ਸਿੱਖ ਧਰਮ ਨੂੰ ਆਰਐਸਐਸ ਤੋਂ, ਭਾਜਪਾ ਤੋਂ, ਹਿੰਦੂਤਵ ਤੋਂ ਖਤਰਾ ਹੈ ਤੇ ਲੋਕਾਂ ਨੂੰ ਇਸ ਗੱਲ ਵਾਸਤੇ ਕਹਿੰਦੇ ਹੁੰਦੇ ਸੀ ਤੁਸੀਂ ਕਰਦੇ ਕੱਖ ਨਹੀਂ, ਸਿੱਖੀ ਖਤਮ ਹੋ ਜਾਣੀ ਆ, ਉਹ ਚੜ੍ਹੇ ਆਉਂਦੇ ਆ। ਉਹ ਅੱਜ ਜਾ ਕੇ ਤੇ ਜਦੋਂ ਉਹਦੇ 'ਚ ਸ਼ਾਮਲ ਹੋ ਗਏ ਆ ਭਾਜਪਾ 'ਚ, ਲੋਕਾਂ ਨੂੰ ਹੈਰਾਨੀ ਹੋਈ ਹੈ। ਅੰਗਰੇਜ਼ੀ ਦਾ ਲਫ਼ਜ਼ ਹੈ ਇੰਟੈਲੈਕਚੁਅਲ, ਬੜਾ ਵਿਦਵਾਨ, ਬੜਾ ਅਕਲ ਵਾਲਾ ਜੀ। ਉਹਦਾ ਪੰਜਾਬੀ 'ਚ ਇਹ ਅਨੁਵਾਦ ਪਤਾ ਨਹੀਂ ਕਿਹਨੇ ਕਰਤਾ, ਬੁੱਧੀਜੀਵੀ। ਅਸਲ 'ਚ ਬੁੱਧੀਮਾਨ ਚਾਹੀਦਾ। ਇਹ ਜਿਹੜੇ ਸੱਜਣ ਉੱਥੇ ਗਏ ਨੇ ਇਹ ਬੁੱਧੀਮਾਨ ਨਾਲੋਂ ਜ਼ਿਆਦਾ ਬੁੱਧੀਜੀਵੀ ਨੇ। ਉਸ ਬੁੱਧੀ ਦੇ ਨਾਲ ਉਹਨਾਂ ਜੁਗਾੜ ਕਰ ਲਿਆ ਕਿ ਰਿਟਾਇਰਮੈਂਟ ਤੋਂ ਬਾਅਦ ਜੇ ਭਾਜਪਾ ਦੇ ਨੇੜੇ ਲੱਗੀਏ ਤੇ ਭਾਜਪਾ ਕੋਲ ਬਹੁਤ ਸਾਰੇ ਕਮਿਸ਼ਨ, ਅਥਾਰਟੀਆਂ, ਟਰਸਟ, ਬੋਰਡ ਨੇ ਜੀ, ਜਿਨ੍ਹਾਂ 'ਚ ਕਿਸੇ ਨੂੰ ਵੀ ਐਡਜਸਟ ਕਰਤਾ ਜਾਵੇ ਤੇ ਅਗਲੇ 4-5 ਸਾਲ ਟੌਰ ਵਾਲੀ ਜ਼ਿੰਦਗੀ ਆ। ਉਹ ਇੱਥੇ ਕਾਂਗਰਸ ਪਾਰਟੀ 'ਚ ਵੀ ਲੋਕ ਸ਼ਾਮਲ ਹੁੰਦੇ ਨੇ, ਅਕਾਲੀ ਦਲ ਦੀ ਸਰਕਾਰ ਸੀ ਉਹ 'ਚ ਵੀ ਸ਼ਾਮਲ ਹੁੰਦੇ ਸੀ। ਇਹ ਗਏ ਆ, ਸਾਡੇ ਵੱਲੋਂ ਸ਼ੁਭ ਕਾਮਨਾਵਾਂ ਜੀ। ਪਰ ਇਹ ਚੇਤਾ ਰੱਖਣ ਕਿ ਜਿੱਥੇ ਵੀ ਗਏ ਹੋ ਤੁਸੀਂ ਪੰਜਾਬ ਦੀ ਮਿੱਟੀ 'ਚ ਪਲੇ ਹੋ, ਤੁਸੀਂ ਪੰਜਾਬ ਦਾ ਪਾਣੀ ਪੀਤਾ, ਤੁਸੀਂ ਪੰਜਾਬ ਦਾ ਅੰਨ ਖਾਧਾ ਜੀ। ਬਸ ਪੰਜਾਬ ਤੇ ਪੰਜਾਬੀਅਤ ਦਾ ਚੇਤਾ ਰੱਖ ਲਿਓ, ਇਹਦੇ ਤੋਂ ਪਾਸਾ ਨਾ ਵਟਿਓ। ਬਿਲਕੁਲ ਜ਼ਰੂਰੀ ਇਹੀ ਹੈ। ਪੰਸਾ, ਜਦੋਂ ਕਰੋਨਾ ਕਾਲ ਦੀ ਪਹਿਲੀ ਲਹਿਰ ਆਈ ਸੀ ਤਾਂ ਉਸ ਵੇਲੇ ਇੱਕ ਨਾਮ ਸਮਾਜ ਸੇਵਾ ਵਿੱਚ ਬਹੁਤ ਮਸ਼ਹੂਰ ਹੋਇਆ ਸੀ, ਸੋਨੂ ਸੂਦ। ਸੋਨੂ ਸੂਦ ਤੇ ਹੁਣ ਇੱਕ ਕੇਸ ਦਰਜ ਕੀਤਾ ਗਿਆ, ਇਹਦਾ ਕਾਰਨ ਕੀ ਆ? ਤੁਸੀਂ ਥੋੜੇ ਦਿਨ ਪਹਿਲਾਂ ਇਸ ਗੱਲ ਦੀ ਚਰਚਾ ਕੀਤੀ ਸੀ ਕਿ ਦਿੱਲੀ 'ਚ ਪਾਰਲੀਮੈਂਟ ਮੈਂਬਰ ਤੇ ਸਾਬਕਾ ਕ੍ਰਿਕਟ ਖਿਡਾਰੀ ਗੌਤਮ ਗੰਭੀਰ ਦੇ ਉੱਤੇ ਕੇਸ ਬਣਿਆ ਕਿ ਜਦੋਂ ਕਰੋਨਾ ਦੀ ਦੂਸਰੀ ਲਹਿਰ ਦੇ ਵਿੱਚ ਦਿੱਲੀ 'ਚ ਰੈਮਡੇਸਿਵਿਰ ਦਵਾਈ ਨਹੀਂ ਸੀ ਮਿਲਦੀ ਜੀ, ਆਕਸੀਜਨ ਦੇ ਸਿਲੰਡਰ ਨਹੀਂ ਸਨ ਮਿਲਦੇ, ਬਹੁਤ ਸਮੱਸਿਆਵਾਂ ਆਉਂਦੀਆਂ ਸੀ। ਇਹਨੇ ਗੌਤਮ ਗੰਭੀਰ ਟਰਸਟ ਬਣਾਇਆ ਜਿਹਦੇ ਵਿੱਚ ਇਹਦੀ ਮਾਤਾ ਵੀ ਟਰਸਟੀ ਆ ਤੇ ਪਤਨੀ ਵੀ ਟਰਸਟੀ ਆ ਤੇ ਆਪ ਚੇਅਰਮੈਨ। ਉਹ ਟਰਸਟ ਵੱਲੋਂ ਇਹਨਾਂ ਨੇ ਦਵਾਈਆਂ ਵੰਡੀਆਂ, ਸਿਲੰਡਰ ਵੰਡੇ, ਸਭ ਕੁਝ ਵੰਡਿਆ। ਕਿਸੇ ਨੇ ਅਦਾਲਤ ਵਿੱਚ ਕੇਸ ਕਰਤਾ ਕਿ ਜਿਹੜੀਆਂ ਚੀਜ਼ਾਂ ਵੱਡੇ ਵੱਡੇ ਹਸਪਤਾਲਾਂ 'ਚ ਹੀ ਮਿਲਦੀਆਂ ਇਹਨੂੰ ਕਿੱਥੋਂ ਮਿਲ ਗਈਆਂ, ਤੇ ਜਦੋਂ ਇਹਦੇ ਕੋਲ ਦਵਾਈਆਂ ਦਾ, ਫਾਰਮੇਸੀ ਦਾ, ਕੈਮਿਸਟ ਦਾ ਲਾਇਸੈਂਸ ਨਹੀਂ, ਇਹਨੂੰ ਉਹ ਚੀਜ਼ਾਂ ਦੇ ਕੇ ਨਾ ਦਿੱਤੀਆਂ ਜੀ, ਤੇ ਇਹਨੇ ਆਪਣੇ ਕੋਲ ਰੱਖੀਆਂ ਕਿਉਂ? ਪੂਰੀ ਜਾਂਚ ਪੜਤਾਲ ਤੋਂ ਬਾਅਦ ਹਾਈ ਕੋਰਟ ਨੇ ਆਰਡਰ ਕਰ ਦਿੱਤਾ ਕਿ ਇਹ ਦੋਸ਼ੀ ਹੈ। ਇਹਦੇ 'ਚ ਡਰੱਗ ਕੰਟਰੋਲਰ ਨੇ ਵੀ ਕਹਿ ਦਿੱਤਾ ਦੋਸ਼ੀ ਹੈ, ਇਹਦੇ ਖਿਲਾਫ ਕਾਰਵਾਈ ਹੋਵੇ। ਉਹ ਕਾਰਵਾਈ ਹੁੰਦੀ ਕਿ ਨਹੀਂ ਹੁੰਦੀ ਉਹ ਇੱਕ ਵੱਖਰਾ ਮਸਲਾ ਹੈ। ਹੁਣ ਮਸਲਾ ਆ ਗਿਆ ਸੋਨੂ ਸੂਦ ਦਾ।
ਸੋਨੂੰ ਸੂਦ ਦਾ ਤੇ ਇਹਦਾ ਜ਼ਮੀਨ ਅਸਮਾਨ ਦਾ ਫਰਕ ਹੈ। ਪਹਿਲੀ ਗੱਲ ਇਹ ਕਿ ਇਹ ਪੋਲੀਟੀਸ਼ੀਅਨ ਹੈ, ਭਾਰਤੀ ਜਨਤਾ ਪਾਰਟੀ ਦਾ ਪਾਰਲੀਮੈਂਟ ਮੈਂਬਰ ਆ ਜੀ। ਇਹਨੇ ਜੋ ਸਮਾਨ ਵੰਡਿਆ ਸਿਰਫ ਆਪਣੇ ਹਲਕੇ 'ਚ ਵੰਡਿਆ, ਆਪਣੀ ਇੱਕ ਕੌਂਸਟੀਚੁਐਂਸੀ ਵੋਟਰਾਂ ਤੱਕ ਸੀਮਿਤ ਰਿਹਾ। ਸੋਨੂੰ ਸੂਦ ਨੇ ਸਾਰੇ ਹਿੰਦੁਸਤਾਨ ਦੇ ਵਿੱਚ ਜਿੱਥੇ ਲੋੜ ਪਈ ਉਹਨਾਂ ਦੀ ਮਦਦ ਕੀਤੀ। ਜਦੋਂ ਪਿਛਲੇ ਸਾਲ ਕਰੋਨਾ ਵਾਇਰਸ ਸ਼ੁਰੂ ਹੋਇਆ, ਭਾਰਤ ਦੇ ਵੱਖ-ਵੱਖ ਰਾਜਾਂ ਦੇ ਬੱਚੇ, ਮੁੰਡੇ ਤੇ ਕੁੜੀਆਂ ਵੁਹਾਨ ਦੇ ਵਿੱਚ ਜਿੱਥੋਂ ਇਹ ਵਾਇਰਸ ਨਿਕਲਿਆ ਜੀ ਜੀ ਉੱਥੇ ਵੀ ਫਸੇ ਸਨ, ਹੋਰ ਥਾਵਾਂ ਤੇ ਵੀ ਚੀਨ 'ਚ ਫਸੇ ਸਨ, ਫਲਾਈਟਾਂ ਬੰਦ ਸਨ। ਉਹਨਾਂ ਦੇ ਮਾਪੇ ਰੋਂਦੇ ਸੀ ਸਾਡੇ ਬੱਚਿਆਂ ਦਾ ਕੀ ਬਣੋ, ਬੱਚੇ ਰੋਂਦੇ ਸੀ ਸਾਨੂੰ ਕਿਸੇ ਤਰੀਕੇ ਤੋਂ ਕੱਢੋ। ਉਦੋਂ ਸੋਨੂੰ ਸੂਦ ਨੇ ਆਪਣੇ ਪੱਲਿਓਂ ਖਰਚਾ ਕਰਕੇ ਫਲਾਈਟ ਅਰੇਂਜ ਕੀਤੀ ਜੀ ਤੇ ਉਹਨਾਂ ਸਾਰੇ ਬੱਚਿਆਂ ਨੂੰ ਉੱਥੋਂ ਕੱਢ ਕੇ ਲਿਆਇਆ ਸੀ। ਇਹ ਬਹੁਤ ਵੱਡੀ ਗੱਲ ਸੀ। ਉਹਦੇ ਤੋਂ ਬਾਅਦ ਵੀ ਉਹਨੇ ਜਿੱਥੇ ਜਿੱਥੇ ਹਿੰਦੁਸਤਾਨ ਦੀ ਕਿਸੇ ਨੁੱਕਰ 'ਚ ਲੋੜ ਪਈ ਉੱਥੇ ਜਾ ਕੇ ਲੋਕਾਂ ਦੀ ਮਦਦ ਕੀਤੀ ਹੈ ਤੇ ਉਹਨੇ ਆਪਣੀ ਕੋਈ ਕੌਂਸਟੀਚੁਐਂਸੀ, ਆਪਣਾ ਕੋਈ ਚੋਣ ਹਲਕਾ ਉਹ ਵਿਕਸਿਤ ਕਰਨ ਵਾਸਤੇ, ਵੋਟਰਾਂ ਨੂੰ ਭਰਮਾਉਣ ਵਾਸਤੇ ਇਹ ਕੰਮ ਨਹੀਂ ਕੀਤਾ। ਤੀਜੀ ਗੱਲ, ਉਹਨੇ ਜੋ ਕੁਝ ਕੀਤਾ ਉਹਦੇ ਕੋਲ ਡੋਨੇਸ਼ਨ ਵਿੱਚ ਆਇਆ ਤੇ ਉਹ ਡੋਨੇਸ਼ਨ ਵਿੱਚ ਲਿਆ ਸਮਾਨ ਜਿਹੜਾ ਉਹ ਅੱਗੇ ਵੰਡਿਆ। ਆਪਣੇ ਕੋਲੋਂ ਖਰਚ ਉਹਨੇ ਬਹੁਤ ਕੀਤਾ, ਪਰ ਉਹਨੇ ਦਵਾਈਆਂ ਜਿਹੜੀਆਂ ਸੀ ਉਹਨੂੰ ਜਿਨ੍ਹਾਂ ਨੇ ਅਗਲੇ ਪਾਸੇ ਦਿੱਤੀਆਂ ਨੇ, ਇਹ ਉਹਦਾ ਕੇਸ ਬਾਕੀਆਂ ਤੋਂ ਵੱਖਰਾ ਹੋ ਜਾਣਾ, ਕਿਉਂਕਿ ਇਹਦੇ ਕੇਸ ਵਿੱਚ ਉਹਦੇ ਨਿੱਜੀ ਹਿੱਤ ਕੋਈ ਨਹੀਂ ਸਨ। ਜੀ ਹਾਂ, ਜੇ ਅਦਾਲਤ ਸਖਤ ਹੋ ਜਾਵੇ ਤੇ ਇਸ ਗੱਲ ਨੂੰ ਲੈ ਸਕਦੀ ਹੈ ਕਿ ਉਹ ਫਾਰਮਾਸਿਸਟ ਨਹੀਂ ਸੀ, ਉਹਦੇ ਕੋਲ ਕੈਮਿਸਟ ਲਾਇਸੈਂਸ ਨਹੀਂ ਸੀ, ਇਸ ਕਰਕੇ ਉਹਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ, ਉਹਨੇ ਦਵਾਈਆਂ ਰੱਖੀਆਂ ਗਲਤ ਆ। ਪਰ ਇਹਨੂੰ ਤੇ ਗੌਤਮ ਗੰਭੀਰ ਨੂੰ ਬਰਾਬਰ ਰੱਖ ਕੇ ਫਿਰ ਵੀ ਨਹੀਂ ਤੋਲਿਆ ਜਾ ਸਕਦਾ। ਜੀ ਉਹ ਸਾਹਿਬ, ਕੱਲ ਚਰਚਾ ਕੀਤੀ ਸੀ ਆਪਾਂ ਗੁਰਦੁਆਰਾ ਗੰਗਸਰ ਸਾਹਿਬ ਦੀ, ਕਾਫੀ ਕੁਝ ਉਸ ਮਾਮਲੇ ਵਿੱਚ ਦੇਖਿਆ, ਤੁਸੀਂ ਸਮਝਾਇਆ ਵੀ। ਹੁਣ ਉਸ ਮਾਮਲੇ ਵਿੱਚ ਗ੍ਰਿਫਤਾਰੀਆਂ ਹੋਈਆਂ ਤੇ ਕੁਝ ਲੋਕਾਂ ਦੇ ਉੱਪਰ ਪਰਚਾ ਵੀ ਦਰਜ ਹੋ ਗਿਆ ਲੱਗਦਾ। ਵੇਖੋ, ਬਹੁਤ ਸ਼ਰਮਨਾਕ ਗੱਲਾਂ ਸਾਹਮਣੇ ਆਈਆਂ ਨੇ ਜਿਹੜੀਆਂ ਅੱਜ ਨਵੀਆਂ ਨੇ ਸਾਡੇ ਤੋਂ। ਜੀ ਪਹਿਲੀ ਗੱਲ ਕਿ 2 ਜਣੇ ਦੋਸ਼ੀ ਨਹੀਂ, 4 ਜਣੇ ਨਿਕਲੇ। ਜੀ ਉਹਨਾਂ 4 ਦੇ ਵਿੱਚੋਂ ਮੁੱਖ ਦੋਸ਼ੀ ਜਿਹੜਾ ਬਣਦਾ ਉਹ ਸੁਖਮੰਦਰ ਸਿੰਘ ਕਰੀਰਵਾਲੀ ਆ। ਇੱਕ ਉੱਥੇ ਸ਼੍ਰੋਮਣੀ ਕਮੇਟੀ ਮੈਂਬਰ ਹੁੰਦਾ ਸੀ ਸੁਖਦੇਵ ਸਿੰਘ ਬਾਠ, ਹੁਣ ਹੈ ਨਹੀਂ, ਉਹਦਾ ਇਹ ਭਤੀਜਾ। ਇਹ ਬੰਦਾ 3 ਸਾਲ ਪਹਿਲਾਂ ਉਸੇ ਗੁਰਦੁਆਰਾ ਸਾਹਿਬ 'ਚ ਦੇਗ ਵਾਲੇ ਕਮਰੇ ਵਿੱਚ ਇੱਕ ਔਰਤ ਨਾਲ ਫੜਿਆ ਗਿਆ। ਸੰਗਤ ਨੇ ਬਾਹਰੋਂ ਤਾਲਾ ਲਾ ਦਿੱਤਾ। 3-4 ਸਾਲ ਪਹਿਲਾਂ 2017 ਦੀ ਗੱਲ ਹੈ। ਜੀ ਸੰਗਤ ਨੇ ਤਾਲਾ ਲਾ ਦਿੱਤਾ। ਸ਼੍ਰੋਮਣੀ ਕਮੇਟੀ ਮੈਂਬਰ ਸੁਖਦੇਵ ਸਿੰਘ ਬਾਠ ਉੱਥੇ ਆਇਆ। ਉਹਨੇ ਆ ਕੇ ਆਖਿਆ, ਜੀ ਜੇ ਇਹ ਗੱਲ ਬਾਹਰ ਕੀਤੀ, ਪੁਲਿਸ ਤੱਕ ਪਹੁੰਚਾਈ ਤੇ ਗੁਰੂ ਘਰ ਦੀ ਬਦਨਾਮੀ ਹੋਊਗੀ ਤੇ ਮੈਂ ਇਹਨੂੰ ਆਪੇ ਸਜ਼ਾ ਦਿਵਾ ਦੂੰਗਾ ਤੇ ਤੁਸੀਂ ਇੱਕ ਵਾਰੀ ਕੱਢ ਦਿਓ। ਜੀ ਉਹਦੇ ਕਹਿਣ ਤੇ ਕੱਢਤਾ। ਉਹਦਾ ਭਤੀਜਾ ਸੀ ਇਹ, ਕਿਉਂਕਿ ਸੁਖਦੇਵ ਸਿੰਘ ਬਾਠ ਵਾਲੀ ਵੀ ਕਰੀਰ ਵਾਲੀ ਪਿੰਡ ਦਾ ਸੀ। ਉਹਨੇ ਆਪਣਾ ਭਤੀਜਾ ਇੱਕ ਵਾਰੀ ਛਡਾ ਲਿਆ, ਬਾਅਦ 'ਚ ਕੋਈ ਕਾਰਵਾਈ ਨਹੀਂ ਕੀਤੀ ਔਰ ਸਾਰੀ ਸੰਗਤ ਨੂੰ ਸ਼ਰਮਿੰਦਿਆਂ ਕਰਨ ਵਾਸਤੇ ਇਸ ਬੰਦੇ ਨੂੰ ਉੱਥੇ ਰੱਖਿਆ। ਪਾਪ ਦਾ ਘੜਾ ਤੇ ਉਦੋਂ ਭਰਨਾ ਸ਼ੁਰੂ ਹੋਇਆ ਸੀ। ਇਹਨੂੰ ਕਿਉਂ ਰੱਖਿਆ ਗਿਆ? ਦੂਜੀ ਗੱਲ, ਜਿਹੜਾ ਸੁਖਦੇਵ ਸਿੰਘ ਬਾਠ ਸੀ ਉਹ ਆਪ ਕਿੰਨਾ ਕੁ ਚੰਗਾ ਸੀ। ਜੀ ਤੁਸੀਂ ਇੱਥੋਂ ਹਿਸਾਬ ਲਾ ਲਓ ਕਿ ਜਦੋਂ ਬਰਗਾੜੀ ਦੇ ਵਿੱਚ ਬੇਅਦਬੀ ਕਾਂਡ ਹੋਇਆ ਸੀ, ਸੰਗਤ ਗੁਰੂ ਘਰ 'ਚ ਇਕੱਠੀ ਹੋਈ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਅਵਤਾਰ ਸਿੰਘ ਮੱਕੜ ਗਿਆ ਤੇ ਇੱਕ ਅਕਾਲੀ ਲੀਡਰ ਦੇ ਘਰ ਆਲੂ ਵਾਲੇ ਪਰੌਂਠੇ ਖਾ ਕੇ ਬਾਹਰ ਦਾ ਬਾਹਰ ਮੁੜ ਆਇਆ, ਗੁਰਦੁਆਰੇ ਨਹੀਂ ਜਾ ਸਕਿਆ। 2 ਸ਼੍ਰੋਮਣੀ ਕਮੇਟੀ ਮੈਂਬਰ ਗਏ ਤੇ ਅੱਗੋਂ ਸੰਗਤ ਪੈ ਗਈ ਤੇ ਭਜਾਏ ਤੇ ਜੁੱਤੀਆਂ ਛੱਡ ਕੇ ਭੱਜੇ ਸਨ। ਉਹਨਾਂ 'ਚੋਂ ਇੱਕ ਸੁਖਦੇਵ ਸਿੰਘ ਬਾਠ ਸੀ। ਤੀਜੀ ਗੱਲ, ਇਹ ਜਿਹੜੇ 4 ਦੋਸ਼ੀ ਗੁਰਦੁਆਰਾ ਗੰਗਸਰ ਸਾਹਿਬ ਦੇ ਵਿੱਚ ਹੁਣ ਨੌਕਰੀ ਤੋਂ ਕੱਢਣੇ ਪਏ ਆ, ਕਿਉਂਕਿ ਸੰਗਤ ਅੜ ਗਈ ਤੇ ਕੱਢਣੇ ਪਏ ਆ। ਜੀ ਜੀ ਤੇ ਪਰਚਾ ਵੀ ਦਰਜ ਹੈ। ਇਹਨਾਂ ਦੇ ਵਿੱਚ ਜਿਹੜਾ ਮੈਨੇਜਰ ਆ, ਮਾਫ ਕਰਨਾ, ਉਹ ਫਿਰ ਬਰਗਾੜੀ ਪਿੰਡ ਦਾ। ਓਕੇ ਜੀ। ਬਰਗਾੜੀ ਦਾ, ਉਸੇ ਬਰਗਾੜੀ ਦਾ ਜਿੱਥੇ ਬੇਅਦਬੀ ਕਾਂਡ ਹੋਇਆ ਸੀ। ਇਹੋ ਜਿਹੇ ਬੰਦੇ ਨੂੰ ਉੱਥੇ ਲਿਆ ਕੇ ਲਾਇਆ ਕਿਉਂ? ਉਦੋਂ ਵੀ ਭੈੜੀ ਗੱਲ। ਜਦੋਂ 8 ਤਰੀਕ ਨੂੰ ਸਵੇਰੇ ਇਹ ਸੁਨੇਹਾ ਪਹੁੰਚ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਤੇ ਉਹਦੀ ਪ੍ਰਧਾਨ ਗ੍ਰੇਟ ਬੀਬੀ ਜਗੀਰ ਕੌਰ ਨੂੰ, 8, 9, 10, 11, 12, 13, 14, 15 ਇਹ 8 ਦਿਨ ਤੱਕ ਬੀਬੀ ਜਗੀਰ ਕੌਰ ਨੇ ਇਹਦੇ ਉੱਤੇ ਕੋਈ ਕਾਰਵਾਈ ਕਿਉਂ ਨਾ ਕੀਤੀ? ਉੱਥੇ ਇੱਕ ਇਸਤਰੀ ਲੀਡਰ ਆ, ਸਿੱਖ ਸੰਗਤ ਦੀ ਅਗਵਾਈ ਕਰਦੀ ਪਈ ਆ ਜੀ। ਉਹ ਕਹਿੰਦੀ ਮੈਂ ਫੋਨ ਕੀਤਾ ਤੇ ਮੈਂ ਇਹਨੂੰ ਆਖਿਆ, ਭੈਣ ਮੇਰੀ ਹੈ, ਤੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਹੈ ਤੇ ਇੱਥੇ ਆ ਜਾ, ਖੜੇ ਪੈਰੀਂ ਜੁੱਤੀ ਨਾ ਪਾ, ਫਟਾਫਟ ਭੱਜ ਕੇ ਆ। 10ਵੇਂ ਗੁਰੂ ਸਾਹਿਬ ਦਾ ਗੁਰੂ ਘਰ ਆ ਤੇ ਇੱਥੇ ਬੇਅਦਬੀ ਹੋਈ, ਐਡੀ ਵੱਡੀ ਕਹਾਣੀ ਪੜ ਗਈ ਆ, ਐਡਾ ਵੱਡਾ ਕਾਂਡ ਹੋ ਗਿਆ ਗੁਰੂ ਘਰ 'ਚ ਤੇ ਤੂੰ ਆ ਜਾ। ਤੇ ਅੱਗੋਂ ਬੀਬੀ ਨੇ ਆਖਿਆ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਤੇ ਇਦਾਂ ਹੀ ਆ ਜਾਂਦਾ ਹੁੰਦਾ, ਹੋਰ ਕਿੱਦਾਂ ਆ ਜਾਂਦਾ ਹੁੰਦਾ? ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਪੋਲੀਟੀਕਲ ਸਟੇਜਾਂ ਤੇ ਬੋਲਣ ਵਾਸਤੇ ਰੱਖਿਆ? ਕਾਹਦੇ ਲਈ ਰੱਖਿਆ? ਉਹ ਬੀਬੀ ਕਹਿੰਦੀ ਆ ਮੇਰੇ ਕੋਲ ਰਿਕਾਰਡਿੰਗ ਪਈ ਆ,
ਜੋ ਬੀਬੀ ਝੂਠ ਬੋਲਦੀ ਹੈ ਤੇ ਸ਼ਿਕਾਇਤ ਦਰਜ ਕਰਾ ਦਿਓ। ਤੇ ਜੇ ਬੀਬੀਆਂ ਦੀ ਬੀਬੀ ਸਭ ਤੋਂ ਵੱਡੀ ਬੀਬੀ ਇਸ ਵੇਲੇ ਬੀਬੀ ਜਗੀਰ ਕੌਰ, ਇਹਨੇ ਝੂਠ ਬੋਲਿਆ ਹੋਵੇ ਤੇ ਇਹਨੂੰ ਸੰਗਤ ਸਾਹਮਣੇ ਮੰਨਣਾ ਚਾਹੀਦਾ ਕਿ ਮੈਂ ਝੂਠ ਬੋਲਿਆ। ਐਡੀ ਵੱਡੀ ਘਟਨਾ ਹੋਈ ਹੋਵੇ ਔਰ 8 ਦਿਨ ਤੱਕ ਬੀਬੀ ਜਗੀਰ ਕੌਰ ਇਸ ਕਰਕੇ ਚੁੱਪ ਕਰ ਰਹੇ ਕਿਉਂਕਿ ਉਹ ਦੋਸ਼ੀ ਜਿਹੜੇ ਸੀ ਉਹ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਚਹੇਤੇ ਸੀ। ਕੀ ਇਹਦੇ ਤੋਂ ਇਹ ਨਹੀਂ ਲੱਗਦਾ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਮੈਂਬਰ ਹੈ? ਇਹੀ ਕਾਰਨ ਹੈ ਕਿ ਇਹੋ ਜਿਹੇ ਕਾਂਡ ਕਈ ਵਾਰੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਸਭ ਤੋਂ ਵੱਡੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੇ ਵਿੱਚ ਵੀ ਕਈ ਵਾਰ ਸਰਾਵਾਂ 'ਚ ਵਾਪਰੇ ਨੇ ਜੀ। ਉਸ ਬੀਬੀ ਦਾ ਚੇਤਕ ਨਹੀਂ ਜਿਹੜੀ ਮਾਲਪੁਰ ਤੋਂ ਗਈ ਸੀ, ਪਹਿਲਾਂ ਪਾਸਪੋਰਟ ਦੇਣ ਗਈ ਤੇ 3 ਦਿਨ ਉੱਥੇ ਸਰਾਵਾਂ 'ਚ ਰੱਖੀ ਗਈ, ਫਿਰ ਪਾਸਪੋਰਟ ਦਾ ਪਤਾ ਕਰਨ ਗਈ ਤੇ 3 ਦਿਨ ਰੱਖੀ ਗਈ, ਫਿਰ ਪਾਕਿਸਤਾਨ ਨੂੰ ਜਥਾ ਜਾਣ ਲੱਗਿਆ, ਲੋਕੀ ਸਵੇਰੇ ਆਏ ਸਨ, ਉਹ 3 ਦਿਨ ਪਹਿਲਾਂ ਆ ਗਈ ਤੇ ਪਾਕਿਸਤਾਨ ਜਾਂਦੇ ਸਾਰ ਹੀ ਉਹ ਸਿੱਖ ਬੀਬੀ ਨੇ ਨਾ ਪਰਿਵਾਰ ਵੇਖਿਆ ਨਾ ਬੱਚਿਆਂ ਦਾ ਚੇਤਾ ਕੀਤਾ ਤੇ ਮੁਸਲਮਾਨ ਹੋ ਕੇ ਉੱਥੇ ਵਿਆਹ ਕਰਾ ਕੇ ਬਹਿ ਗਈ ਸੀ। ਔਰ ਉਹਦੇ ਬਾਰੇ ਜਾਂਚ ਕਮੇਟੀ ਬਿਠਾਈ ਗਈ। ਇੱਕ ਕਮਰੇ 'ਚ ਜਾਂਚ ਕਮੇਟੀ ਬਹਿੰਦੀ ਹੈ, ਦੂਸਰੇ ਕਮਰੇ 'ਚ ਫਾਈਲ ਪਈ ਆ, ਵਿਚਾਲੇ ਸਿਰਫ ਗਲਿਆਰਾ। 6 ਸਾਲ ਹੋ ਗਏ ਆ, ਅੱਜ ਤੱਕ ਉਹ ਫਾਈਲ ਦਾ ਕੋਈ ਪਤਾ ਨਹੀਂ ਲੱਗਾ ਕਿ ਉਹ 'ਚ ਕੀ ਆ, ਕਿਉਂਕਿ ਵੱਡੇ ਲੋਕਾਂ ਦੇ ਬੰਦੇ ਫਸਦੇ ਆ। ਇਹ ਸਾਰਾ ਕੁਝ ਉੱਥੇ ਨਹੀਂ ਹੋਇਆ। ਇੰਨਾ ਕੁਝ ਜੇ ਹੁੰਦਾ ਪਿਆ, ਇਹ ਸਿੱਖ ਸੰਗਤ ਨੂੰ ਇਹਨਾਂ ਤੋਂ ਪੁੱਛਣਾ ਚਾਹੀਦਾ ਕਿ ਤੁਸੀਂ ਗੁਰੂ ਘਰ ਦੇ ਕਿਹੋ ਜਿਹੇ ਕਸਟੋਡੀਅਨ ਹੋ? ਤੁਹਾਡੇ ਨੱਕ ਥੱਲੇ ਇੰਨਾ ਪਾਪ ਹੋਣ ਡਿਆ ਔਰ ਗੁਰੂ ਘਰਾਂ 'ਚ ਹੋਣ ਡਿਆ। ਇਹ ਪਾਪ ਹੁੰਦਾ ਵੇਖ ਕੇ ਆਪ ਜੀ ਚੁੱਪ ਕਰਕੇ ਬੈਠੇ ਹੋ, ਤੁਸੀਂ ਕੀ ਕਰਦੇ ਪਏ ਹੋ? ਜੇ ਇਸ ਤਰ੍ਹਾਂ ਦਾ ਕੰਮ ਇੱਕ ਗੁਰਦੁਆਰੇ 'ਚ ਹੁੰਦਾ ਜਰੋਗੇ, ਦੂਜੇ 'ਚ ਹੁੰਦਾ ਜਰੋਗੇ, ਤੀਜੇ 'ਚ ਹੁੰਦਾ ਜਰੋਗੇ, ਫਿਰ ਸਭ ਥਾਵਾਂ ਤੇ ਲੀਹ ਪੈ ਜਾਏਗੀ। ਇਹੋ ਜਿਹੇ ਬਹੁਤ ਸਾਰੇ ਗੁਰਦੁਆਰੇ ਮੈਂ ਗਿਣਾ ਸਕਦਾ, ਬਹੁਤ ਖਬਰਾਂ ਇਤਿਹਾਸਿਕ ਗੁਰਦੁਆਰੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰੇ, ਸਰਾਵਾਂ ਗੁਰੂ ਘਰ ਦੀਆਂ, ਜਿਨ੍ਹਾਂ ਦੇ ਵਿੱਚ ਆਹ ਕੁਛ ਹੁੰਦਾ ਪਿਆ। ਹੁਣ ਜੇ ਗੁਰਦੁਆਰਾ ਗੰਗਸਰ ਸਾਹਿਬ ਦੇ ਅੰਦਰ ਕੰਪਲੈਕਸ ਦੇ ਵਿੱਚੋਂ ਖੂਹ ਦੇ ਵਿੱਚੋਂ ਸ਼ਰਾਬ ਦੀਆਂ ਬੋਤਲਾਂ ਨਿਕਲਦੀਆਂ ਨੇ, ਮੀਟ ਦੇ ਲਿਫਾਫੇ ਨਿਕਲਦੇ ਨੇ, ਵਰਤੇ ਹੋਏ ਤੇ ਅਣਵਰਤੇ ਕੰਡੋਮ ਨਿਕਲਦੇ ਨੇ। ਇਹ ਤੋਂ ਵੱਧ ਸ਼ਰਮਨਾਕ ਗੱਲ ਹੋਰ ਕਿਹੜੀ ਆ? ਹੋਰ ਕਿਹੜੀ ਨਿਵਾਣ ਹੈ ਜਿੱਥੋਂ ਤੱਕ ਜਾ ਕੇ ਡਿੱਗਣਾ? ਤੇ ਜੇ ਸਾਰਾ ਕੁਝ ਹੁੰਦਾ ਵੇਖ ਕੇ ਬੀਬੀ ਜਗੀਰ ਕੌਰ ਇੰਨੇ ਦਿਨ ਤੱਕ 8 ਦਿਨ ਤੱਕ ਚੁੱਪ ਵੱਟ ਰੱਖੀ ਹੈ, ਤੇ ਉਹਨੂੰ ਇਹ ਦੱਸਣਾ ਚਾਹੀਦਾ ਕਿ ਕਿਹਦੇ ਕਹਿਣ ਤੇ ਚੁੱਪ ਵੱਟ ਰੱਖੀ ਹੈ। ਤੇ ਜਿਹੜਾ ਇਹ ਆਖਿਆ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਐਵੇਂ ਐਦਾਂ ਹੀ ਨਹੀਂ ਤੁਰ ਪੈਂਦਾ ਹੁੰਦਾ, ਇਹਦਾ ਮਤਲਬ ਕੀ ਸੀ? ਆਖਿਰਕਾਰ ਸਿੱਖ ਸੰਗਤ ਨੂੰ ਪਤਾ ਲੱਗਣਾ ਚਾਹੀਦਾ ਕਿ ਫਿਰ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਿਹੜਾ ਤੇਲ ਚੋ ਕੇ ਗੱਡੀ ਤੋਰਦਾ ਜੀ। ਆਖਿਰਕਾਰ ਪਤਾ ਤੇ ਲੱਗਣਾ ਚਾਹੀਦਾ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕਾਹਦੇ ਲਈ ਹੈ। ਉਹਨੂੰ ਉਸੇ ਦਿਨ ਖੜੇ ਪੈਰ ਜਾਣਾ ਚਾਹੀਦਾ ਸੀ, ਜਾਂ ਨਹੀਂ ਗਈ ਤੇ ਬਹੁਤ ਵੱਡੀ ਗਲਤੀ ਕੀਤੀ ਗਈ ਹੈ। ਔਰ ਇਹਦੇ ਤੋਂ ਵੀ ਦੁੱਖ ਇਸ ਗੱਲ ਦਾ ਵੀ ਹੈ ਕਿ ਇੰਨੇ ਦਿਨ ਹੋ ਗਏ, ਐਡੀ ਵੱਡੀ ਘਟਨਾ ਵਾਪਰੀ ਹੈ, ਅਕਾਲ ਤਖਤ ਸਾਹਿਬ ਦਾ ਜਥੇਦਾਰ ਨਹੀਂ ਬੋਲਿਆ ਜੀ। ਉਹ ਹੋਰ ਗੱਲਾਂ ਤੇ ਬੋਲਦਾ, ਉਹਦਾ ਪੜ੍ਹਿਆ ਲਿਖਿਆ ਵਿਦਵਾਨ ਹੈ, ਕਹਿੰਦੇ PhD ਕੀਤੀ ਹੈ, ਹੋਰ ਗੱਲਾਂ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਬੋਲਦਾ। ਐਡੀ ਵੱਡੀ ਘਟਨਾ ਤੇ ਹੁਣ ਅਸੀਂ 4 ਦਿਨ ਹੋ ਗਏ ਚਰਚਾ ਕਰਨ ਦੇ, ਅਕਾਲ ਤਖਤ ਸਾਹਿਬ ਦਾ ਜਥੇਦਾਰ ਬੋਲ ਕਿਉਂ ਨਹੀਂ ਰਿਹਾ? ਆਖਿਰਕਾਰ ਕਾਰਨ ਕੀ ਹੈ ਕਿ ਜਥੇਦਾਰ ਸਾਹਿਬ ਬੋਲ ਨਹੀਂ ਰਹੇ? ਜੀ। ਕੀ ਗੱਲ ਉਹਨਾਂ ਨੂੰ ਇਹ ਜਾਪਦਾ ਕਿ ਬੋਲਿਆ ਕੋਈ ਲੀਡਰਸ਼ਿਪ ਨਾਰਾਜ਼ ਹੁੰਦੀ ਹੈ? ਬਾਕੀ ਸਿੱਖ ਸੰਪਰਦਾਵਾਂ ਨੂੰ ਸਾਰਿਆਂ ਨੂੰ ਬੋਲਣਾ ਚਾਹੀਦਾ, ਮੁੱਦਾ ਚੁੱਕਣਾ ਚਾਹੀਦਾ। ਗੱਲ ਤਾਂ ਪੰਨੂ ਸਾਹਿਬ ਠੀਕ ਹੈ, ਕਿਉਂਕਿ ਮਾਮਲਾ ਸਾਹਮਣੇ ਆਏਗਾ, ਪਤਾ ਨਹੀਂ ਇਦਾਂ ਦੇ ਹੋਰ ਕਿੰਨੇ ਕੁ ਧਾਰਮਿਕ ਸਥਾਨ ਹੋਣੇ ਜਿੱਥੇ ਮਾਮਲਾ ਰੁਕੇ ਰਹਿੰਦਾ। ਬਹੁਤ ਬਹੁਤ ਧੰਨਵਾਦ ਪੰਨੂ ਸਾਹਿਬ ਖਬਰਾਂ 'ਚ ਚਰਚਾ ਕਰਨ ਲਈ। ਸੋ ਜਾਣ ਦਾ ਸਮਾਂ ਹੋ ਗਿਆ, ਉਮੀਦ ਹੈ ਤੁਹਾਨੂੰ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਣਾ। ਕੱਲ ਫਿਰ ਮਿਲਦੇ ਹਾਂ ਨਵੇਂ ਪ੍ਰੋਗਰਾਮ ਨਾਲ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।